अंदर जगह नहीं दी सोन ली? नहीं नहीं अंदर नहीं दी। की बोले उन्होंने? कहते बाहर सो जाओ अंदर नहीं सोना है कहते। ਤੁਸੀਂ रोड ਦੇ ਉੱਤੇ ਕਿਉਂ ਸੋ ਰਹੇ ਹੋ ਇਸ ਟਾਈਮ? ਅੰਦਰ ਤੁਹਾਨੂੰ ਜਗ੍ਹਾ ਨਹੀਂ ਮਿਲੀ? अंदर जगह देते नहीं है ना, अंदर जगह देते नहीं है ना। डंडे मारते हैं, भगाते हैं, सबको भगाते हैं, सेवा भी करते हैं फिर भी डंडे मारते हैं। हमने अभी मैनेजमेंट से बात करी, उन्होंने बोला कि अंदर हम सोने देते हैं, ऐसी कोई प्रॉब्लम नहीं है। नहीं, वो सोना ही नहीं देते। आप लोगों से कुछ और कहेंगे, मेरे से कुछ और कहते हैं। हे मेरे रब्बा, 2 वक्त ਦੀ ਰੋਟੀ ਤੂੰ ਤਾਂ ਦੇਣਾ ਹੈ, ਪਰ ਮੈਨੂੰ ਰਹਿਣ ਦੀ ਜਗ੍ਹਾ ਵੀ ਦੁਆ। ਚਕਦੇ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਕਿਰਤ ਸਿੰਘ ਆਲੂਵਾਲੀਆ ਤੁਹਾਨੂੰ ਅੱਜ ਐਸੀ ਰਿਪੋਰਟ ਦਿਖਾਉਣ ਵਾਲਾ ਹਾਂ ਜਿਹਨੂੰ ਦੇਖ ਕਰ ਤੁਸੀਂ ਦੰਗ ਰਹਿ ਜਾਓਗੇ, ਹੈਰਾਨੀ ਵਿੱਚ ਆ ਜਾਓਗੇ ਕਿ ਆਖਿਰਕਾਰ ਇੰਨੀ ਤਕਲੀਫਾਂ ਸਾਡੀ ਸਿੱਖ ਕੌਮ ਨੂੰ ਝੇਲਣੀਆਂ ਪੈ ਰਹੀਆਂ ਹਨ। ਚਕਦੇ ਟੀਵੀ ਦੀ ਟੀਮ ਅੱਜ ਉਨ ਸਭ ਦਰਦਾਂ ਦਾ ਖੁਲਾਸਾ ਕਰੇਗੀ ਜਿਹੜੇ ਸਾਡੇ ਕਈ ਸਿੱਖ ਭਰਾਵਾਂ ਨੂੰ ਗੁਰਦੁਆਰੇ ਬੰਗਲਾ ਸਾਹਿਬ ਦਿੱਲੀ ਵਿਖੇ ਝੇਲਣੀ ਪੈ ਰਹੀਆਂ ਹਨ। ਕਈ ਸਿੱਖ ਜਥੇ, ਕਹੀਂ ਸਿੱਖ ਕੌਮ ਕਹਿੰਦੀ ਨਹੀਂ ਤੱਕਦੀ ਕਿ ਅਸੀਂ ਸਿੱਖ ਭਰਾਵਾਂ ਲਈ ਬਹੁਤ ਕੁਝ ਕੀਤਾ ਹੈ, ਚਾਹੇ ਉਹ ਕੋਈ ਵੀ ਮੈਨੇਜਮੈਂਟ ਹੋਵੇ। ਅੱਜ ਉਹਨਾਂ ਸਾਰੀਆਂ ਮੈਨੇਜਮੈਂਟ ਨੂੰ ਇਹ ਦੇਖ ਕਰ ਸ਼ਰਮਸਾਰ ਹੋਣਾ ਪਊਗਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਡੇ ਸਿੱਖ ਭਰਾ ਕਦੀ ਵੀ ਭੀਖ ਜਾਂ ਫਿਰ ਰੋਡ ਦੇ ਉੱਤੇ ਸੌਂਦੇ ਹੋਏ ਨਹੀਂ ਮਿਲਦੇ, ਪਰ ਇਹ ਰਿਪੋਰਟ ਉਹਨਾਂ ਸਭ ਚੀਜ਼ਾਂ ਨੂੰ ਖਾਰਿਜ ਕਰਦੀ ਹੈ। ਕਿਉਂ ਸਿਆਸਤਦਾਨ ਹੋਰ ਮੁੱਦਿਆਂ ਲਈ ਪੋਲਿਟਿਕਸ ਕਰਦੇ ਨੇ? ਕਦੀ ਉਹਨਾਂ ਸਿਆਸਤਦਾਨਾਂ ਨੇ ਇਹਨਾਂ ਦੀ ਮੁਸ਼ਕਿਲਾਂ ਜਾਣਨ ਦੀ ਕੋਸ਼ਿਸ਼ ਕੀਤੀ? ਕਦੀ ਇਹਨਾਂ ਦੇ ਦਰਦ ਜਾਣਨ ਦੀ ਇੱਛਾ ਦਿਖਾਈ? ਦਰਸ਼ਕੋ, ਮੈਂ ਦਿੱਲੀ ਵਿਖੇ ਗੁਰਦੁਆਰੇ ਬੰਗਲਾ ਸਾਹਿਬ ਦੇ ਨਜ਼ਦੀਕ ਰਹਿੰਦਾ ਹਾਂ। ਹਮੇਸ਼ਾ ਦੀ ਤਰ੍ਹਾਂ ਆਪਣੇ ਕੰਮਕਾਜ ਖਤਮ ਕਰਕੇ ਮੈਂ ਗੁਰਦੁਆਰੇ ਮੱਥਾ ਟੇਕ ਕੇ ਘਰ ਪਰਤਦਾ ਹਾਂ। ਇੱਕ ਦਿਨ ਮੈਂ ਜਦ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰੇ ਤੋਂ ਬਾਹਰ ਨਿਕਲਿਆ, ਮੈਨੂੰ ਇੱਕ ਚੀਜ਼ ਦੇਖ ਕਰ ਬੜੀ ਹੈਰਾਨੀ ਹੋਈ। ਮੈਂ ਸਾਡੇ ਕਈ ਸਿੱਖ ਭਰਾਵਾਂ ਨੂੰ ਗੁਰਦੁਆਰੇ ਦੇ ਬਾਹਰ ਫੁੱਟਪਾਥ ਦੇ ਉੱਤੇ ਸੌਂਦੇ ਹੋਏ ਵੇਖਿਆ। ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ, ਜਾਣਨ ਦੀ ਕੋਸ਼ਿਸ਼ ਕੀਤੀ, ਆਪਣੇ ਫੋਨ ਦੇ ਕੈਮਰੇ ਤੋਂ ਪਹਿਲੇ ਦਿਨ ਰਿਕਾਰਡਿੰਗ ਕੀਤੀ ਔਰ ਉਹਨਾਂ ਤੋਂ ਪੁੱਛਿਆ ਆਖਿਰਕਾਰ ਉਹਨਾਂ ਦੇ ਨਾਲ ਇਹ ਕਿਉਂ ਵਾਪਰ ਰਿਹਾ ਹੈ। ਉਹਨਾਂ ਨੇ ਸਾਨੂੰ ਕੀ ਦੱਸਿਆ, ਆਓ ਦਿਖਾਈਏ। ਕੀ ਪ੍ਰੋਬਲਮ ਹੈ ਇੱਥੇ? ਬਾਬਾ ਜੀ ਕੀ ਪ੍ਰੋਬਲਮ ਹੈ? ਕੀ ਕਾਨੂੰ ਤੁਸੀਂ ਇੱਥੇ ਸੋ ਰਹੇ ਹੋ? ਤੁਹਾਨੂੰ ਗੁਰਦੁਆਰੇ ਅੰਦਰ ਜਗ੍ਹਾ ਨਹੀਂ ਦਿੱਤੀ ਸੌਣ ਲਈ? ਨਹੀਂ, ਇਸ ਤਰ੍ਹਾਂ ਦੇਖੋ ਜੀ, ਉਹਨਾਂ ਦਾ ਵੀ ਇਹ ਨਿਯਮ ਹੈ ਕਾਨ, ਕਿ 3 ਦਿਨ ਇੰਤਜ਼ਾਰ ਨਹੀਂ ਰਹਿਣ ਦਿੰਦੇ ਜੀ। ਇਹ ਪਰਮਾਤਮਾ ਕੋਈ ਖੇਲ ਆਪਣਾ ਖੇਲ ਪਰਮਾਤਮਾ ਖੇਲ ਹੋ ਸਕਦਾ ਹੈ। ਬਾਕੀ ਹੋਰ ਕਿਤੇ ਪੁੱਛਣਾ ਤਾਂ ਉਹ ਪੁੱਛੋ, ਮੈਨੂੰ ਪਤਾ ਹੀ ਮੇਰੀ ਕੀ ਕਰਮ ਹੈ ਕੀ ਨਹੀਂ। ਨਹੀਂ ਬਾਬਾ ਜੀ, ਤੁਹਾਡੇ ਕਰਮ ਤੇ ਚਲੋ ਠੀਕ ਹੈ, ਕੋਈ ਗੱਲ ਨਹੀਂ, ਲੇਕਿਨ ਤੁਹਾਨੂੰ ਨਹੀਂ ਦੇਖੋ, ਇਹ ਇਸ ਚੀਜ਼ ਤੋਂ ਪਾਰਟੀਸਪੇਟ ਕਿਉਂ ਕਰ ਰਹੇ ਹੋ? ਇਹ ਕਿੰਨਾ ਕੁਝ ਸਮਾਜ ਕਿੰਨੇ ਦੁਖੀ ਲੋਕ ਹੋਰ ਵੀ ਹੈ, ਸਾਡੇ ਤੋਂ ਵੀ ਸ਼ਾਇਦ ਜ਼ਿਆਦਾ ਦੁਖੀ, ਉਸ ਤਰ੍ਹਾਂ ਵੀ ਖਿਆਲ ਕਰੋ ਨਾ। ਨਹੀਂ ਤਾਂ ਅਸੀਂ ਇਹ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਵੇਂ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਜਿਵੇਂ ਪੂਰੀ ਸੰਗਤ ਸੋ ਰਹੀ ਹੈ, ਤੁਹਾਨੂੰ ਜਗ੍ਹਾ ਨਹੀਂ ਦਿੱਤੀ ਗਈ ਅੰਦਰ? ਤੁਸੀਂ ਪੁੱਛਿਆ ਸੀ ਕਿ ਸੌਣ ਲਈ, ਰਾਤ ਨੂੰ ਰਾਤ ਗੁਜ਼ਾਰਨ ਲਈ? ਉਹਨਾਂ ਦਾ ਨਿਯਮ ਉਹ ਕਹਿੰਦਾ ਕਿ 3 ਦਿਨ ਤੋਂ ਜ਼ਿਆਦਾ ਅਲਾਉਡ ਨਹੀਂ ਹੈ। ਅੱਛਾ, ਤੁਸੀਂ ਪੁੱਛਿਆ ਨਹੀਂ ਅਸੀਂ ਹੁਣ ਕਿੱਥੇ ਜਾਵਾਂਗੇ? ਕਿੱਥੋਂ ਆਏ ਬਾਬਾ ਜੀ? ਵੈਸੇ ਕਿੱਥੇ ਘਰ ਆਪਣਾ? ਤਿਲਕ ਨਗਰ ਘਰ ਹੈ। ਮਤਲਬ ਪ੍ਰੋਬਲਮ ਨਹੀਂ ਕੋਈ ਵੀ, ਬਟ ਤੁਹਾਨੂੰ ਮਜਬੂਰ ਹੋ ਕੇ ਹੁਣ ਰੋਡ ਦੇ ਉੱਤੇ ਸੋਣਾ ਪੈ ਰਿਹਾ। ਦੇਖੋ ਇੱਦਾਂ ਨਹੀਂ, ਵੈਸੇ ਦੇਖਿਆ ਜਾਏ ਕਹਿੰਦੇ ਪਰਮਾਤਮਾ ਦੀ ਰਜ਼ਾ ਵਿੱਚ ਸਭ ਕੁਝ ਹੁੰਦਾ ਹੈ, ਮੰਨਦੇ ਹੋ ਨਾ ਆਪ ਜੀ? ਬਿਲਕੁਲ ਮੰਨਦੇ ਆ। ਸਿਰਫ ਅਸੀਂ ਪੜ੍ਹਦੇ ਤਾਂ ਗੁਰਬਾਣੀ ਵਗੈरह ਉਸ ਮੰਨਦੇ नहीं है, लेकिन मैंने सब कुछ दिखाता है इसलिए मेरी गलती है कुछ भी है वो खुद जानते कुछ नहीं करते है। वो कहते जो भी प्राण वरतते वो तो गुरु साहब कहते कि ना को उम्र ना को सियाना, सब कुछ तेरा पाना। ਬਟ ਤੁਹਾਨੂੰ ਲੱਗਦਾ ਨਹੀਂ ਸਿੱਧੇ ਤੌਰ ਤੇ ਜਿਹੜੀ ਆਪਣੀ ਮੈਨੇਜਮੈਂਟ ਉਹ ਵੀ ਜ਼ਿੰਮੇਦਾਰ ਹੈ ਕਿ ਉਹਨਾਂ ਨੂੰ ਵੀ ਕੁਝ ਜਿਹੜਾ ਹੈ ਉਹ ਫੈਸਿਲਿਟੀ ਦੇਣੀ ਚਾਹੀਦੀ ਹੈ ਤੁਹਾਨੂੰ? मतलब इस तरह देखो जो मतलब ब्रह्मदा है ना वो तो पक्के पे लगे हैं, लेकिन वो कहना कि कंगले ले आके सो जाते हैं कि चोरी वरी बड़ी हो जाती है, ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਲੇਕਿਨ ਬਾਬਾ ਜੀ ਤੁਸੀਂ ਐਵੇਂ ਰੋਡ ਦੇ ਉੱਤੇ ਸੋ ਰਹੇ ਹੋ, ਤੁਹਾਨੂੰ ਇੱਥੇ ਮੱਛਰ ਵੀ ਕਾਟਦੇ ਹੋਣਗੇ, ਤੁਹਾਨੂੰ ਇੱਥੇ ਔਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਏਗਾ। नहीं देखो ये तो काफ़ी मेरे तो ज़्यादा दुखी लोग हैं, आप चलो और आगे जाके देखो। ਮੈਂ ਦਿਖਾਣਾ ਚਾਹੂੰਗਾ ਇਸ ਟਾਈਮ ਔਰ ਵੀ ਜਿਹੜੇ ਨੇ ਆਪਣਾ ਸਿੱਖ ਪਰਿਵਾਰ ਤੋਂ ਉਹ ਵੀ ਮਜਬੂਰਨ ਹੋ ਕੇ ਰੋਡ ਦੇ ਉੱਤੇ ਇਸ ਟਾਈਮ ਸੋ ਰਹੇ ਨੇ। ਤੁਸੀਂ ਦੇਖ ਸਕਦੇ ਹੋ ਆ ਕਿਹਦੀ ਨਿਕਾਲੀ ਹੈ? DSGMC
ਜਾਂ ਫਿਰ ਮੋਦੀ ਸਰਕਾਰ ਦੀ। ਇਸ ਟਾਈਮ ਸਾਡੇ ਨਾਲ ਇੱਕ ਬਜ਼ੁਰਗ ਬਾਬਾ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ, ਜਿੱਥੇ ਇਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਛੱਡ ਕੇ ਚਲਾ ਗਿਆ ਹੈ। ਇਹਨਾਂ ਦਾ ਪਰਿਵਾਰ ਇਹਨਾਂ ਨੂੰ ਇਸ ਕਰਕੇ ਛੱਡ ਕੇ ਗਿਆ ਹੈ ਕਿਉਂਕਿ ਆਪਣੇ ਪੈਰਾਂ ਤੋਂ ਚੱਲ ਨਹੀਂ ਸਕਦੇ, ਆਪਣੇ ਆਪ ਤੋਂ ਕੋਈ ਕੰਮ ਕਰ ਨਹੀਂ ਸਕਦੇ। ਇੱਥੇ ਦੇ ਸੇਵਾਦਾਰ ਇਹਨਾਂ ਦੀ ਦੇਖਭਾਲ ਕਰ ਰਹੇ ਨੇ। ਆਓ ਇਹਨਾਂ ਤੋਂ ਪੁੱਛੀਏ ਇਹਨਾਂ ਦੀ ਪੀੜਾ, ਇਹਨਾਂ ਦੇ ਮੂੰਹ ਜ਼ਬਾਨੀ। ਬਾਬਾ ਜੀ ਕਿੱਥੋਂ ਆਏ ਹੋ? ਸ਼ਾਮ ਨਗਰ ਘਰ 'ਚ ਕੌਣ ਕੌਣ ਹੈ ਤੁਹਾਡੇ? ਭਤੀਜੇ ਆ। ਤੁਹਾਡੇ ਭਤੀਜੇ, ਹਾਂ ਹਾਂ ਤੁਹਾਡਾ ਪੁੱਤਰ, ਉਹ ਤਾਂ ਕਿਨਾਂ ਨੇ ਤੁਹਾਡੀ ਪਤਨੀ, ਤੁਹਾਡੇ ਕੋਈ ਹੋਰ ਔਲਾਦ? ਆਹ ਬਸ ਉਹ ਭਤੀਜੇ ਹੀ ਛੱਡ ਮੈਨੂੰ ਉਹ ਤਾਂ ਸਕੂਟਰ ਕਰਤਾ ਸੀ। ਕੀ ਪਰੇਸ਼ਾਨੀ ਹੈ ਬਾਬਾ ਜੀ ਤੁਹਾਨੂੰ? ਕੀ ਹੋ ਰੱਖਿਆ? ਹਾਂਜੀ ਕੀ ਪਰੇਸ਼ਾਨੀ ਹੈ ਤੁਹਾਨੂੰ? ਪਰੇਸ਼ਾਨੀ ਚੱਲਣ 'ਚ ਦਿੱਕਤ ਆਉਂਦੀ ਹੈ, ਚੱਲਣ 'ਚ ਦਿੱਕਤ ਆਉਂਦੀ ਹੈ, ਉੱਠਣ 'ਚ ਦਿੱਕਤ ਆਉਂਦੀ ਹੈ। ਇੱਥੇ ਤੁਹਾਡੀ ਦੇਖਭਾਲ ਹੋ ਰਹੀ ਹੈ? ਇੱਥੇ ਦੇਖਭਾਲ ਤੇ ਹੋ ਚੰਗੀ ਤਰ੍ਹਾਂ ਨਹੀਂ ਹੋ ਰਹੀ, ਪਰ ਫਿਰ ਵੀ ਹੋਰਾਂ ਨਾਲੋਂ ਬਿਹਤਰ ਹੈਗਾ। ਸੋ ਐਸੇ ਕਿ ਬਾਬਾ ਜੀ ਜਿਹੜੇ ਸਾਨੂੰ ਦੱਸ ਰਹੇ ਸੀਗੇ ਕਿ ਇਹਨਾਂ ਨੇ ਵਿਆਹ ਨਹੀਂ ਕਰਾਇਆ, ਇਹਨਾਂ ਦੀ ਕੋਈ ਸੰਤਾਨ ਵੀ ਨਹੀਂ ਹੈ ਜਾਂ ਫਿਰ ਇਹਨਾਂ ਦਾ ਕੋਈ ਪਰਿਵਾਰ ਨਹੀਂ ਹੈ। ਜਿਹੜਾ ਇਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਭਤੀਜੇ ਨੇ ਜਿਹੜੇ ਇਹਨਾਂ ਨੂੰ ਇੱਥੇ ਛੱਡ ਗਏ ਨੇ। ਅੱਜ ਦਾ ਜਿਹੜਾ ਮੇਨ ਸਵਾਲ ਬੰਦਾ ਉਹ ਇਹ ਸਵਾਲ ਬੰਦਾ ਹੈ, ਜਿਹੜਾ ਸਾਡਾ ਸਿੱਖ ਕੌਮ ਹੈ, ਜਿਹੜੀ ਸਾਡੀ ਸਿੱਖੀ ਹੈ, ਵੱਡੇ ਵੱਡੇ ਸਿੱਖ ਜਥੇਬੰਦੀ, ਵੱਡੇ ਵੱਡੇ ਸਿੱਖ ਆਗੂ ਇਹ ਕਹਿੰਦੇ ਨਹੀਂ ਥੱਕਦੇ ਅਸੀਂ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ ਜਾਂ ਫਿਰ ਗੁਰੂ ਗੋਬਿੰਦ ਸਿੰਘ ਦੀ ਫੌਜ ਲਈ ਅਸੀਂ ਬਹੁਤ ਕੁਝ ਕਰ ਰਹੇ ਹਾਂ। ਤੁਸੀਂ ਇਸ ਟਾਈਮ ਦੇਖ ਸਕਦੇ ਹੋ ਸਾਡੇ ਸਿੱਖ ਭਰਾ ਕਿੰਨੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਕਿੰਨੀ ਪੀੜਾ ਨਾਲ ਹੋ ਗਏ ਨੇ। ਸੋ ਇਹ ਸੀਗਾ ਅੱਜ ਦਾ ਮੇਨ ਸਵਾਲ ਕਿ ਜਿਹੜੀ ਇਸ ਟਾਈਮ ਜਿਹੜੀ ਸਿੱਖ ਕੌਮ ਪੀੜਾ ਵਿੱਚ ਹੋਕਾ ਹੈ, ਉਹਨੂੰ ਮਦਦ ਕਰਨ ਲਈ ਕੌਣ ਅੱਗੇ ਆਏਗਾ? ਉਹਨੂੰ ਆਖਿਰਕਾਰ ਕੌਣ ਮਦਦ ਕਰੇਗਾ? ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਫਿਰ ਸਿੱਖ ਜਥੇਬੰਦੀ ਜਾਂ ਫਿਰ ਸਿੱਖ ਭਾਈਚਾਰਾ? ਅੱਜ ਦਾ ਮੇਨ ਸਵਾਲ ਹੈ ਬਣਿਆ ਹੋਇਆ ਹੈ। ਇਸ ਤਰੀਕੇ ਨਾਲ ਅਸੀਂ ਤੁਹਾਨੂੰ ਹੋਰ ਸਿੱਖ ਭਰਾਵਾਂ ਨਾਲ ਮਿਲਵਾਉਂਦੇ ਹਾਂ ਜਿਹੜੇ ਐਸੀ ਪੀੜਾ ਵਿੱਚ, ਐਸੀ ਤਕਲੀਫਾਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ। ਬਣੇ ਰਹੋ ਸਾਡੇ ਨਾਲ। ਇਸ ਟਾਈਮ ਮੈਂ ਬਿਲਕੁਲ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਹਾਂ, ਜਿੱਥੇ ਸਾਡੇ ਸਿੱਖ ਭਰਾ ਰੋਡ ਦੇ ਉੱਤੇ ਇਸ ਟਾਈਮ ਸੌਣ ਨੂੰ ਮਜਬੂਰ ਨੇ। ਉਹਨਾਂ ਨੂੰ DSGMC ਤਰਫੋਂ ਕੋਈ ਵੀ ਮਦਦ ਨਹੀਂ ਦਿੱਤੀ ਗਈ। ਉਹਨਾਂ ਨੂੰ ਮਜਬੂਰਨ ਹੋ ਕੇ ਰੋਡ ਦੇ ਫੁੱਟਪਾਥ ਤੇ ਸੌਣਾ ਪੈ ਰਿਹਾ। ਉਹਨਾਂ ਤੋਂ ਪੁੱਛਦੇ ਹਾਂ ਆਖਿਰਕਾਰ ਕੀ ਪ੍ਰੋਬਲਮ ਹੈ। ਬਾਬਾ ਜੀ ਕਿੱਥੋਂ ਆਏ ਹੋ? ਗਣੇਸ਼ ਨਗਰ ਤੋਂ। ਬਾਬਾ ਜੀ ਬਾਹਰ ਤੁਸੀਂ ਕਾਹਨੂੰ ਸੋ ਰਹੇ ਹੋ? ਬਾਹਰ ਤੁਹਾਨੂੰ ਅੰਦਰ ਜਗ੍ਹਾ ਨਹੀਂ ਦਿੱਤੀ ਸੌਣ ਲਈ? ਨਹੀਂ ਅੰਦਰ ਨਹੀਂ ਦਿੱਤੀ। ਕੀ ਬੋਲਿਆ ਉਹਨਾਂ ਨੇ? ਕਹਿੰਦੇ ਨੇ ਬਾਹਰ ਸੋ ਹੈ, ਕਹਿ ਰਹੇ ਨੇ ਬਾਹਰ ਸੋ? ਤੁਸੀਂ ਬੋਲਿਆ ਨੇ ਕਿ ਮੈਂ ਇਸ ਟਾਈਮ ਮੁਸ਼ਕਿਲ 'ਚ ਹਾਂ ਜਾਂ ਫਿਰ ਕੀ ਪ੍ਰੋਬਲਮ ਹੈ ਤੁਹਾਡੇ ਨਾਲ? ਘਰ 'ਚੋਂ ਕਿਉਂ ਆਏ ਹੋ ਤੁਸੀਂ? ਉਹ ਭਰਾ ਪੈਸੇ ਮੇਰੇ ਕੋਲ ਖੋਂਦਾ ਹੈ ਤਾਂ ਹੀ ਕਰਕੇ। ਅੱਛਾ, ਤੇ ਘਰ ਤੁਹਾਡਾ ਕਿੱਥੇ ਹੈ? ਗਣੇਸ਼ ਨਗਰ। ਗਣੇਸ਼ ਨਗਰ 'ਚ ਹੈ। ਤੁਸੀਂ ਅੰਦਰ ਦਰਖਾਸਤ ਕੀਤੀ ਸੀ ਕਿ ਮੈਨੂੰ ਸੌਣ ਦਿਓ ਅੰਦਰ? ਹਾਂ ਕੀਤੀ ਸੀ। ਤੇ ਉਹਨਾਂ ਨੇ ਕੀ ਕਿਹਾ ਤੁਹਾਨੂੰ? ਕਹਿੰਦੇ ਬਾਹਰ ਸੋ ਜਾਓ, ਅੰਦਰ ਨਹੀਂ ਸੋਣਾ, ਐਵੇਂ ਕਹਿੰਦੇ ਸੀ। ਤੁਸੀਂ ਪੁੱਛਿਆ ਨਹੀਂ ਕਿਉਂ ਮੈਂ ਇਸ ਟਾਈਮ ਕਿੱਥੇ ਜਾਵਾਂ? ਹਾਂ ਮੈਂ ਪੁੱਛਿਆ ਸੀ ਵੀ ਕਿਉਂ ਇਸ ਟਾਈਮ ਕਿੱਥੇ ਜਾਵਾਂ। ਉਹ ਕਹਿੰਦੇ ਨਹੀਂ ਬਾਹਰ ਸੋਣਾ ਹੈ, ਅੰਦਰ ਨਹੀਂ ਸੌਣ ਦੇਣਾ। ਤੁਸੀਂ ਦੇਖ ਸਕਦੇ ਹੋ ਇਸ ਟਾਈਮ ਕਿਸ ਤਰੀਕੇ ਨਾਲ ਬਾਬਾ ਜੀ ਦੀ ਜਿਹੜੀ ਹੈ ਦਸਤਾਰ ਵੀ ਇਸ ਟਾਈਮ ਉਤਰ ਚੁੱਕੀ ਹੈ ਔਰ ਕਿਸੇ ਵੀ ਸਿੱਖ ਜਥੇਬੰਦੀ ਜਾਂ ਫਿਰ ਕਿਸੇ ਵੀ ਮੈਨੇਜਮੈਂਟ ਨੂੰ ਜਾਂ ਫਿਰ ਅਸੀਂ ਕਿਸੇ ਦੀ ਵੀ ਗੱਲ ਕਰੀਏ ਜਾਂ ਉਹ ਕੋਈ ਵੀ ਮੈਨੇਜਮੈਂਟ ਹੋ, ਉਹਨਾਂ ਨੂੰ ਕਿਆ ਦਿਖਾਈ ਨਹੀਂ ਦੇ ਰਿਹਾ ਕਿ ਆਖਿਰਕਾਰ ਕਿਉਂ ਸਿੱਖ ਭਰਾਵਾਂ ਨਾਲ ਉਵੇਂ ਜਿਹਾ ਅਤਿਆਚਾਰ ਹੋ ਰਿਹਾ। ਅਸੀਂ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਭੀਖ ਨਹੀਂ ਮੰਗਦੇ। ਸਿੱਖ ਭਰਾ ਜਾਂ ਕਦੀ ਵੀ ਰੋਡ ਦੇ ਉੱਤੇ ਨਹੀਂ ਹੁੰਦਾ। ਅੱਜ ਅਸੀਂ ਆਪਣੇ ਅੱਖਾਂ ਦੇ ਨਾਲ ਆਹ ਚੀਜ਼ ਦੇਖੀ ਹੈ ਕਿ ਸਿੱਖ ਭਰਾ ਨਾਲ ਕਿਸ ਤਰੀਕੇ ਨਾਲ ਬਦਸਲੂਕੀ ਜਾਂ ਫਿਰ ਪੀੜਾ ਹੋ ਰਹੀ ਆ। ਬਾਬਾ ਜੀ ਲੰਗਰ ਕਿੱਥੇ ਛਕਦੇ ਹੋ ਤੁਸੀਂ? ਲੰਗਰ ਨਾਨਕਸਰ ਗੁਰਦੁਆਰੇ ਨਾ। ਤੇ ਇੱਥੇ ਕਿਉਂ ਨਹੀਂ ਛਕਦੇ? ਤੁਹਾਨੂੰ ਅੰਦਰ ਵੀ ਨਹੀਂ ਆਉਣ ਦਿੰਦੇ? ਨਹੀਂ ਅੰਦਰ ਧਿਆਨ ਦਿੰਦੇ ਨਾ। ਤੇ ਫਿਰ ਲੰਗਰ ਤੁਸੀਂ ਨਾਨਕਸਰ ਗੁਰਦੁਆਰੇ ਛਕ ਕੇ ਆਉਂਦੇ ਹੋ ਔਰ ਸੌਂਦੇ ਇੱਥੇ ਹੋ। ਕਿੰਨੇ ਦਿਨ ਤੋਂ ਸੋ ਰਹੇ ਹੋ ਇੱਥੇ? 1-2 ਦਿਨ ਹੋਏ ਨੇ ਬਸ। ਇਸ ਟਾਈਮ ਸਾਡੇ ਨਾਲ ਇੱਕ ਹੋਰ ਵੀ ਸਿੱਖ ਸੰਗਤ ਹੈ ਜਿਹੜੀ ਸਾਨੂੰ ਦੱਸੇਗੀ ਆਖਿਰਕਾਰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਸੇਵਾਦਾਰ ਜਿਹੜਾ ਹੈ ਉਹ ਕੀ ਸੰਗਤ ਨਾਲ ਜਿਹੜਾ ਹੈ ਉਹ ਧੱਕਾਸ਼ਾਹੀ ਕਰਦੇ ਨੇ। ਸਾਨੂੰ ਸੰਗਤ ਦੱਸੇਗੀ। ਉਹ ਸੁੱਤੇ ਹੋਏ ਬੰਦਿਆਂ ਨੂੰ ਡੰਡਿਆਂ ਨਾਲ ਮਾਰਦੇ ਮੈਂ ਔਰ ਬਾਹਰ ਨਿਕਾਲਦੇ। ਮੇਰੇ ਸਾਹਮਣੇ ਦੀ ਗੱਲ ਹੈ, ਮੈਂ ਆਇਆ ਪਰਸੋਂ
राती ते मेरे सामने निकाल रहे थे बाहर। ਤੁਸੀਂ ਕਿੰਨੇ ਟਾਈਮ ਤੋਂ ਬੰਗਲਾ ਸਾਹਿਬ ਗੁਰਦੁਆਰੇ ਆ ਰਹੇ ਹੋ? ਅਸੀਂ बचपन तो ही आ रहे हैं इधर गुरुद्वारे। ਇੱਥੇ ਰਹਿੰਦੇ ਹੋ ਤੁਸੀਂ ਦਿੱਲੀ? हाँ इधर नाल ही रहने से पड़गंज। ਅੱਛਾ, ਤੇ ਡੰਡਿਆਂ ਨਾਲ ਮਾਰਦੇ ਨੇ ਉਹਨਾਂ ਨੂੰ? डंडिया ना मार के बाहर निकालते हैं। ਅੱਛਾ, ਉਹਨਾਂ ਨੂੰ ਇੱਥੇ ਸੌਣ ਨਹੀਂ ਦਿੰਦੇ? सोन नहीं देंगे राती किसी ने भी, ਚਾਹੇ ਉਹ ਸਿੱਖ ਭਰਾ ਵੀ ਹੋਏ, ਚਾਹੇ ਉਹ ਕੋਈ ਹੋਰ ਧਰਮ ਦਾ दूसरा ਹੋਏ, भी होए, वो निकाल रहे थे बाहर। ਡੰਡੇ ਮਾਰਦੇ ਨੇ? डंडे मार मार के निकाल रहे थे बाहर। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸਾਨੂੰ ਸੰਗਤ ਨੇ ਦੱਸਿਆ ਕਿ ਡੰਡਾ ਮਾਰ ਕੇ ਉਹਨਾਂ ਨਾਲ ਧੱਕਾਸ਼ਾਹੀ ਕੀਤੀ ਜਾਂਦੀ ਹੈ। ਚਕਦੇ ਟੀਵੀ ਦੀ ਟੀਮ ਜਦ ਔਰ ਖੁਲਾਸਾ ਕਰਨ ਲਈ ਬੰਗਲਾ ਸਾਹਿਬ ਤੋਂ ਬਾਹਰ ਗਈ ਤੇ ਅਸੀਂ ਦੇਖਿਆ ਐਵੇਂ ਜੀ ਔਰ ਸਿੱਖ ਭਰਾ ਬਾਹਰ ਸੌਣ ਨੂੰ ਮਜਬੂਰ ਨੇ। ਕੀ ਕਾਰਨ ਨੇ ਆਖਿਰਕਾਰ? ਕਿਉਂ ਨਹੀਂ ਮੈਨੇਜਮੈਂਟ ਨੂੰ ਨਜ਼ਰ ਆ ਰਿਹਾ ਕਿ ਸੰਗਤ ਜਿਹੜੀ ਹੈ, ਜਿਹੜਾ ਸਿੱਖ ਭਰਾ ਉਹ ਇਸ ਟਾਈਮ ਬਾਹਰ ਸੋ ਰਿਹਾ? ਆਓ ਉਹਨਾਂ ਤੋਂ ਪੁੱਛੀਏ ਉਹਨਾਂ ਦੀ ਪੀੜਾ, ਉਹਨਾਂ ਦੇ ਮੂੰਹ ਜ਼ਬਾਨੀ। ਇਸ ਟਾਈਮ ਸਾਡੇ ਨਾਲ ਇੱਕ ਹੋਰ ਵੀ ਬਾਬਾ ਜੀ ਜੁੜ ਚੁੱਕੇ ਆ, ਉਹਨਾਂ ਤੋਂ ਪੁੱਛਦੇ ਹਾਂ ਆਖਿਰਕਾਰ ਉਹ ਵੀ ਐਸੀ ਪੀੜਾ ਦਾ ਸ਼ਿਕਾਰ ਨੇ, ਉਹ ਵੀ ਗੁਰਦੁਆਰਾ ਬੰਗਲਾ ਸਾਹਿਬ ਦੇ ਬਿਲਕੁਲ ਰੋਡ ਦੇ ਉੱਤੇ ਇਸ ਟਾਈਮ ਸੋ ਰਹੇ ਨੇ। ਉਹਨਾਂ ਤੋਂ ਪੁੱਛਦੇ ਹਾਂ ਆਖਿਰਕਾਰ ਉਹਨਾਂ ਨਾਲ ਕੀ ਪ੍ਰੋਬਲਮ ਹੈ। ਬਾਬਾ ਜੀ ਕੀ ਨਾਂ ਹੈ ਤੁਹਾਡਾ? हरदयाल सिंह, ਕਿੱਥੇ ਰਹਿੰਦੇ ਹੋ ਬਾਬਾ ਜੀ ਤੁਸੀਂ? फरीदाबाद। ਫਰੀਦਾਬਾਦ ਰਹਿੰਦੇ ਹੋ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਾਬਾ ਜੀ ਇੱਥੇ ਆਏ ਹੋਏ ਨੇ ਗੁਰਦੁਆਰਾ ਬੰਗਲਾ ਸਾਹਿਬ? काफ़ी टाइम हो गया। ਤੁਸੀਂ ਰੋਡ ਦੇ ਉੱਤੇ ਕਿਉਂ ਸੋ ਰਹੇ ਹੋ ਇਸ ਟਾਈਮ? ਅੰਦਰ ਤੁਹਾਨੂੰ ਜਗ੍ਹਾ ਨਹੀਂ ਮਿਲੀ? अंदर जगह देते नहीं है ना। ਕੀ ਕਹਿੰਦੇ ਨੇ ਅੰਦਰ? अंदर कहते हैं बाहर जाओ, इधर मत सो। ਲੇਕਿਨ ਅੰਦਰ ਤੇ ਉਹਨਾਂ ਨੇ ਦੇਖਿਆ ਸੀ ਹਾਲ ਵਗੈरह ਵੀ ਹੈਗੇ ਅੰਦਰ। हॉल वगैरह सब कुछ है, लेकिन सब सारी सुविधाएं हैं, लेकिन कोई सेवादार सुलाने नहीं देते हैं। सेवादार आपको डंडे भी मारते हैं? डंडे मारते हैं, भगाते हैं, सबको भगाते हैं, लेकिन सेवा भी करते हैं, फिर भी डंडे मारते हैं। क्या करूँ, फिर भी इधर बाहर आना पड़ता है घर। क्या कहते हैं आपको? क्या कहते हैं, बाहर जाओ, बाहर जाओ, बाहर जाओ। सिर के ऊपर खड़े हो जाएंगे, उठा देंगे, भगा देंगे, की करेंगे। तो मैं हमने भी मैनेजमेंट से बात करी, उन्होंने बोला कि अंदर हम सोने देते हैं, ऐसी कोई प्रॉब्लम नहीं है। नहीं, वो सोना ही नहीं देते। आप लोगों से कुछ और कहेंगे, अब मेरे से कुछ और कहते हैं। आपको क्या कहते हैं? अब मेरे को कहते हैं बाहर जाओ। तो बाहर जाने नहीं कहते ने? हाँ जी, हाँ जी। की मुश्किलों का सामना करना पैंदा इत्थे? फिर मैं इधर से सो जाना, सुबह सेवा करनी है। ਤੁਸੀਂ ਅੰਦਰ ਗੁਰਦੁਆਰੇ ਜਾ ਕੇ ਸੇਵਾ ਕਰਦੇ ਹੋ? हाँ जी, ਕੀ ਕਰਦੇ ਹੋ ਤੁਸੀਂ? लंगर वाले से सेवा करता हूँ। ਅੱਛਾ, ਲੰਗਰ ਵਾਲੇ ਤੇ ਸੇਵਾ ਕਰਦੇ ਹੋ। ਤੁਹਾਨੂੰ ਸੌਣ ਦੀ ਵੀ ਜਗ੍ਹਾ ਨਹੀਂ ਦਿੰਦੇ? नहीं, नहीं। और डंडे के अलावा और की कुछ कहते ने? और की कुछ नहीं कहते, कहते बाहर ही जाओ बस। ਤੁਸੀਂ ਦੇਖ ਸਕਦੇ ਹੋ ਇਸ ਟਾਈਮ ਕਿਸ ਤਰੀਕੇ ਨਾਲ ਸਾਡੇ ਜਿਹੜੇ ਬਾਬਾ ਜੀ ਨੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ। ਇਸ ਟਾਈਮ ਰੋਡ ਦੇ ਉੱਤੇ ਸੁੱਤੇ ਹੋਏ ਨੇ, ਜਿਹੜਾ ਫੁੱਟਪਾਥ ਆ ਗੁਰਦੁਆਰਾ ਬੰਗਲਾ ਸਾਹਿਬ ਦਾ, ਉੱਥੇ ਇਹਨਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਔਰ ਜਿਹੜੀ ਸਾਨੂੰ ਸੰਗਤ ਨੇ ਗੱਲ ਦੱਸੀ ਸੀ ਕਿ ਜਿਹੜਾ ਸੰਗਤ ਨੂੰ ਜਾਂ ਫਿਰ ਕਿਸੇ ਵੀ ਮਦਦਗਾਰ ਨੂੰ ਜਾਂ ਫਿਰ ਕਿਸੇ ਵੀ ਸਿੱਖ ਭਰਾ ਨੂੰ ਕੋਈ ਵੀ ਮਦਦ ਲਈ ਅੰਦਰ ਜਾਂਦਾ ਹੈ ਜਾਂ ਫਿਰ ਸੁਣ ਲਈ ਕਹਿੰਦਾ ਹੈ ਜਾਂ ਫਿਰ 3 ਦਿਨ ਤੋਂ ਜ਼ਿਆਦਾ ਰੁਕ ਜਾਂਦਾ ਹੈ, ਉਹਨਾਂ ਨੂੰ ਡੰਡੇ ਮਾਰ ਕੇ ਪਤਾੜਿਆ ਜਾਂਦਾ ਹੈ, ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਇਹ ਹੈ ਸਿੱਖੀ, ਇਹ ਹੈ ਸਾਡੀ ਮੈਨੇਜਮੈਂਟ ਜਾਂ ਫਿਰ ਇਹ ਹੈ ਸਾਡਾ ਪ੍ਰਸ਼ਾਸਨ ਜਿਹੜਾ ਕਹਿੰਦਾ ਹੋ ਨਹੀਂ ਥੱਕਦਾ ਕਿ ਸਿੱਖਾਂ ਲਈ ਅਸੀਂ ਬਹੁਤ ਕੁਝ ਕੀਤਾ ਹੈ, ਸਿੱਖਾਂ ਲਈ ਅਸੀਂ ਖੂਨ ਤੱਕ ਬਹਾ ਦਾਂਗੇ ਜਾਂ ਫਿਰ ਸਾਨੂੰ ਖਾਲਿਸਤਾਨ ਚਾਹੀਦਾ ਹੈ। ਮੈਂ ਪੁੱਛਣਾ ਚਾਹਾਂਗਾ ਉਵੇਂ ਆਗੂਆਂ ਤੋਂ, ਉਵੇਂ ਮੈਨੇਜਮੈਂਟ ਤੋਂ, ਉਹ ਸਿਆਸਤ ਤੋਂ, ਜਦ ਤੱਕ ਸਾਡਾ ਉਵੇਂ ਜੇ ਸਿੱਖ ਪੀੜਾ ਨਾਲ ਹੋ ਕੇ ਰਹਿਣਗੇ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਮੈਨੇਜਮੈਂਟ ਜਾਂ ਫਿਰ ਕੋਈ ਵੀ ਪ੍ਰਸ਼ਾਸਨ ਇਹਦੇ ਲਈ ਕੁਝ ਕਰ ਸਕਦਾ ਹੈ। ਸੋਚੋ, ਉਠੋ, ਕਰੋ ਮੇਰੇ ਵੀਰੋ ਐਵੇਂ ਜੀ ਜਥੇਬੰਦੀਆਂ ਲਈ। ਇਹ ਤੇ ਪਹਿਲੇ ਦਿਨ ਦੀ ਗੱਲ ਸੀ। ਅਗਲੇ ਦਿਨ ਮੈਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚਿਆ। ਸਾਰੀਆਂ ਤਿਆਰੀਆਂ ਕਰਕੇ ਅਸੀਂ ਮੈਨੇਜਮੈਂਟ ਨਾਲ ਗੱਲ ਕੀਤੀ, ਅਸੀਂ ਉਹਨਾਂ ਸਿੱਖ ਭਰਾਵਾਂ ਨਾਲ ਗੱਲਬਾਤ ਕੀਤੀ, ਜਾਣਨ ਦੀ ਕੋਸ਼ਿਸ਼ ਕੀਤੀ ਆਖਿਰਕਾਰ ਕੀ ਮਸਲਾ ਹੈ ਤੇ ਸਾਨੂੰ ਕੀ ਜਵਾਬ ਮਿਲਦੇ ਨੇ। ਪੇਸ਼ ਹੈ ਇਹ ਖਾਸ ਰਿਪੋਰਟ। ਚਕਦੇ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਟਾਈਮ ਸਾਡੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੀ ਪੂਰੀ ਟੀਮ ਬੈਠ ਚੁੱਕੀ ਹੈ, ਜਿਹੜੀ ਗੁਰਦੁਆਰਾ ਮੈਨੇਜਮੈਂਟ ਨੂੰ, ਬੰਗਲਾ ਸਾਹਿਬ ਦੀ ਜਿਹੜੀ ਪੂਰੀ ਟੀਮ ਹੈ ਜਿਹੜੀ ਗੁਰਦੁਆਰੇ ਨੂੰ ਸੰਭਾਲਦੀ ਹੈ। ਜੇ ਆਪਾਂ ਗੱਲ ਕਰੀਏ ਵਿਜੀਲੈਂਸ ਡਿਪਾਰਟਮੈਂਟ, ਜੇ ਆਪਾਂ ਗੱਲ ਕਰੀਏ ਵਾਈਸ ਚੇਅਰਮੈਨ ਦੀ, ਜੇ ਆਪਾਂ ਗੱਲ ਕਰੀਏ ਚੇਅਰਮੈਨ ਸਾਹਿਬ ਦੀ, ਸੋ ਸਾਡੇ ਨਾਲ ਇਸ ਟਾਈਮ ਬੰਗਲਾ ਸਾਹਿਬ ਦੀ ਪੂਰੀ ਟੀਮ ਹੈ। ਆਓ ਉਹਨਾਂ ਤੋਂ ਪੁੱਛਦੇ ਹਾਂ ਇਸ ਮੁਹਿੰਮ ਦਾ ਜਿਹੜਾ ਸਾਡਾ ਮੇਨ ਸਵਾਲ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਾਡੇ ਸ਼ੋਅ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ। ਥੈਂਕ ਯੂ ਵੈਰੀ ਮੱਚ ਟੂ ਬੀ ਅ ਪਾਰਟ ਆਫ ਦਿਸ ਵੈਲਿਊਬਲ ਸ਼ੋਅ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਸਰ। ਸਾਨੂੰ ਬਹੁਤ ਖੁਸ਼ੀ ਹੋਈ ਜੀ ਤੁਹਾਡੇ ਚੈਨਲ ਤੇ ਆਉਣ ਦੀ ਜੀ। ਸਰ ਮੈਂ ਪੁੱਛਣਾ ਚਾਹਾਂਗਾ, ਤੁਹਾਡੇ ਬੰਗਲਾ ਸਾਹਿਬ ਗੁਰਦੁਆਰੇ 'ਚ ਅਸੀਂ ਇੱਕ ਮਹੀਨੇ ਤੋਂ ਅਸੀਂ ਜੁੜੇ ਹੋਏ ਹਾਂ ਇੱਥੇ। ਅਸੀਂ 2-4 ਚੀਜ਼ਾਂ ਦੇਖੀਆਂ ਜਿਹੜੀ ਬਹੁਤ ਅੱਛੀ ਵੀ ਚੱਲ ਰਹੀਆਂ ਔਰ 2-4 ਦੇਖੀਆਂ ਜਿਹੜੀ ਨੈਗੇਟਿਵ ਵੀ ਚੱਲ ਰਹੀਆਂ। ਤਾਂ ਅਸੀਂ ਉਹਦੇ ਬਾਰੇ ਅੱਜ ਤੁਹਾਡੇ ਤੋਂ ਇੱਕ ਮੇਨ ਸਵਾਲ ਕਰਨ ਆਏ ਹਾਂ।
ਔਰ ਤੁਹਾਨੂੰ ਪੁੱਛਣ ਆਇਆ ਕਿ ਆਖਿਰਕਾਰ ਜਿਹੜਾ ਮਸਲਾ ਹੈ ਉਹ ਕੀ ਹੈ। ਸੋ ਪਹਿਲੇ ਤਾਂ ਮੈਂ ਜਾਣਨਾ ਚਾਹਾਂਗਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਕਿੰਨੀ ਕੁ ਸੰਗਤ ਜਿਹੜੀ ਹੈ ਉਹ ਲੰਗਰ ਛਕਣ ਲਈ ਆਉਂਦੀ ਹੋਏਗੀ। ਦੇਖੋ ਜੀ, ਇੱਥੇ ਲੰਗਰ ਜੋ 24 ਘੰਟੇ ਚਾਲੂ ਰਹਿੰਦਾ ਹੈਗਾ ਤੇ ਸਾਰਾ ਦਿਨ ਦੇ ਵਿੱਚ ਆਮ ਦਿਨ ਹੈਗੇ ਨੇ 25 ਤੋਂ ਲੈ ਕੇ 30,000 ਸੰਗਤ ਜਿਹੜੀ ਹੈ ਲੰਗਰ ਛਕਦੀ ਹੈਗੀ ਹੈ। ਔਰ ਸ਼ਨੀਚਰਵਾਰ ਔਰ ਸੰਡੇ ਦੇ ਦਿਨ ਤਕਰੀਬਨ 80,000 ਤੋਂ 1 ਲੱਖ ਆਦਮੀ ਇੱਥੇ ਲੰਗਰ ਛਕ ਕੇ ਜਾਂਦਾ ਹੈ। ਗੁਰਪੁਰਬ ਦਿਨ ਜੋ ਦਿਨ ਹੋਵੇ ਜਾਂ ਸੰਗਰਾਂਦ ਦਾ ਦਿਨ ਹੋਵੇ ਤੇ ਇਹ ਆંકੜਾ 1 ਲੱਖ ਤੋਂ ਵੀ ਟੱਪ ਜਾਂਦਾ ਹੈਗਾ। ਸਰ, ਮੈਂ ਐਜ਼ ਐਨ ਵਾਈਸ ਚੇਅਰਮੈਨ ਤੁਸੀਂ ਬੰਗਲਾ ਸਾਹਿਬ ਗੁਰਦੁਆਰੇ ਨੂੰ ਦੇਖ ਰਹੇ ਹੋ, ਤੁਹਾਡੇ ਲਈ ਇੱਕ ਮੇਨ ਸਵਾਲ ਮੈਂ ਪੁੱਛਣਾ ਚਾਹਾਂਗਾ। ਸਿੱਖ ਫੈਸਿਲਿਟੀਜ਼ ਜੇ ਆਪਾਂ ਗੱਲ ਕਰੀਏ, ਸਿੱਖ ਭਾਈਚਾਰੇ ਲਈ ਜੇ ਆਪਾਂ ਗੱਲ ਕਰੀਏ, ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਕੀ ਫੈਸਿਲਿਟੀਜ਼ ਜਿਹੜੀ ਹੈ ਉਹ ਮੌਜੂਦ ਨੇ ਸਿੱਖ ਲਈ? ਇੱਥੇ ਸਾਡੇ ਕੋਲ ਸਰਾਂ ਹੈਗੀ ਹੈ 56 ਰੂਮਸ ਹੈਗੇ, ਉਹਦੇ ਵਿੱਚ ਵੈਲ ਇਕਵਿਪਡ ਏਸੀ ਰੂਮ ਸਾਰੇ, ਤੇ ਉਹਦਾ ਅਸੀਂ 1050 ਰੁਪਏ ਕਿਰਾਇਆ ਲੈਂਦੇ ਹਾਂ। ਤੇ ਨੀਚੇ ਸਾਡਾ ਹਸਪੀਟਲ ਹੈਗਾ ਜੋ ਹਾਲੇ ਥੋੜਾ ਰੈਨੋਵੇਟ ਹੋ ਰਿਹਾ ਹੈ, ਤੇ ਲੰਗਰ ਹਾਲ ਸਾਡਾ ਅੱਛਾ ਚੱਲ ਰਿਹਾ, ਤੁਸੀਂ ਦੇਖਿਆ ਹੀ ਹੈਗਾ। ਬਾਕੀ ਜਿਹੜਾ ਸਿੱਖ ਭਰਾ ਸਰ, ਜਿਹੜਾ ਸਿੱਖ ਭਰਾ ਗਲਤ ਟੱਕਾ ਇੱਥੇ ਸਿੱਖ ਨਹੀਂ, ਇੱਥੇ ਸਰਵ ਸਾਂਝਾ ਸੰਸਥਾਨ ਹੈਗਾ। ਇੱਥੇ ਸਿੱਖ ਅਗਰ ਤੁਸੀਂ ਦੇਖੋ ਤੇ ਸਿੱਖ ਸ਼ਾਇਦ ਇੱਥੇ 60% ਹੋਣਗੇ, 40-45% ਦੂਜੇ ਧਰਮਾਂ ਦੇ ਲੋਕ ਵੀ ਆਉਂਦੇ ਨੇ। ਇਹ ਦਰਵਾਜ਼ੇ ਇੱਥੇ ਚਾਰੋਂ ਪਾਸੇ ਖੁੱਲ੍ਹੇ ਨੇ, ਕਿਸੇ ਨੂੰ ਕੋਈ ਰੁਕਾਵਟ ਨਹੀਂ ਹੈਗੀ। ਜੇ ਆਪਾਂ ਸਿੱਖ ਭਰਾਵਾਂ ਦੀ ਗੱਲ ਕਰੀਏ, ਅਸੀਂ ਡੇਲੀ ਅਪਡੇਟਸ ਦੇਖਦੇ ਹਾਂ ਮੋਬਾਈਲ ਦੇ ਅੰਦਰ ਵੀ। ਅਸੀਂ ਜਾਣੂ ਹਾਂ ਕਿ ਸਿੱਖ ਨੂੰ ਅਸੀਂ ਕਦੇ ਵੀ ਭੀਖ ਮੰਗਦੇ ਹੋਏ ਨਹੀਂ ਦੇਖ ਸਕਦੇ, ਜਾਂ ਫਿਰ ਅਸੀਂ ਕਿਸੇ ਸਿੱਖ ਭਰਾ ਨੂੰ ਕਿਸੇ ਸੜਕ ਦੇ ਉੱਤੇ ਸੌਂਦੇ ਹੋਏ ਨਹੀਂ ਦੇਖ ਸਕਦੇ। ਸਿੱਖਾਂ ਲਈ, ਸਿੱਖ ਭਰਾ ਲਈ ਗੁਰਦੁਆਰਾ ਬੰਗਲਾ ਸਾਹਿਬ ਦੀ ਜਿਹੜੀ ਕਮੇਟੀ ਹੈ, DSGM ਦੀ ਜਿਹੜੀ ਕਮੇਟੀ ਹੈ, ਉਹਨਾਂ ਲਈ ਕੀ ਉਪਰਾਲਾ ਕੀਤਾ? ਉਹਨਾਂ ਨੇ ਬੜਾ ਕੁਝ ਕਰਦੇ ਪਿਆ ਸੀ। ਬਾਕੀ ਕੋਈ ਰਹਿਣਾ ਚਾਹੇ ਇੱਥੇ ਆ ਕੇ ਰਹਿ ਸਕਦਾ, ਅਸੀਂ ਮਨਾ ਨਹੀਂ ਕਰਦੇ ਕਿਸੇ ਨੂੰ। ਬਾਕੀ ਹੋਰ ਵੀ ਜੋ ਸਟੂਡੈਂਟ ਸਾਡੇ ਹੈਗੇ ਸਕੂਲ ਵਿੱਚ ਪੜ੍ਹਦੇ ਹੈਗੇ, ਜੋ ਗਰੀਬ ਲੋਕ ਹੈਗੇ ਹੈ, ਉਹਨਾਂ ਦੀ ਫੀਸ ਵੀ ਮਾਫ ਕਰਾਈ ਹੈ, ਸਭ ਕੁਝ ਕਰਾਇਆ ਗੌਰਮੈਂਟ ਤੋਂ। ਮਾਈਨੋਰਿਟੀ ਜਿਹੜੇ ਹੈਗੇ ਹੈ, ਕਈ ਫੰਡਸ ਲੈ ਕੇ ਦਿੱਤੇ ਆ ਉਹਨਾਂ ਨੂੰ, ਤੇ ਬਾਕੀ ਕਰਦੇ ਹੀ ਪਏ ਆ ਅੱਛਾ ਜੋ ਹੈਗਾ। ਇੱਕ ਸਵਾਲ ਤੁਹਾਡੇ ਲਈ ਅਹਿਮ ਮੈਂ ਪੁੱਛਣਾ ਚਾਹਾਂਗਾ। ਅਸੀਂ ਦੇਖਿਆ 2-3 ਦਿਨ ਤੋਂ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਡੇਲੀ ਵਿਜ਼ਿਟ ਕਰ ਰਹੇ ਹਾਂ। ਅਸੀਂ ਗੁਰਦੁਆਰੇ ਦੇ ਬਾਹਰ ਵੀ 3-4 ਜਿਹੜੇ ਸਿੱਖ ਭਰਾ ਨੇ ਔਰ ਸਹਿਜਦਾਰੀ ਸਿੱਖ ਨੇ ਜਿਹੜੇ ਪੰਜਾਬ ਤੋਂ ਆਏ ਨੇ ਜਾਂ ਫਿਰ ਡਿਫਰੈਂਟ ਦਿੱਲੀ ਦੇ ਜ਼ੋਨ ਤੋਂ ਆਏ ਨੇ, ਉਹ ਸਾਡੇ ਨਾਲ ਉਹਨਾਂ ਨੇ ਵਾਕਫ ਹੋਏ। ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਜਿਹੜੀ ਹੈ ਉਹ ਰਹਿਣ ਦੀ ਜਗ੍ਹਾ ਨਹੀਂ ਮਿਲਦੀ, ਔਰ ਉੱਥੇ ਉਹ ਵਿਚਾਰੇ ਗਰਮੀ ਦੇ ਅੰਦਰ ਸੋ ਰਹੇ ਨੇ ਔਰ ਉਹ ਰੋਡਾਂ ਦੇ ਉੱਤੇ ਜਿਹੜੇ ਨੇ ਸੋ ਰਹੇ ਨੇ। ਔਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਸਾਨੂੰ ਰਹਿਣ ਦੀ ਜਗ੍ਹਾ ਨਹੀਂ ਹੈ, ਸਾਨੂੰ ਮਜਬੂਰਨ ਹੋ ਕੇ ਬਾਹਰ ਸੋਣਾ ਪੈ ਰਿਹਾ। ਨਹੀਂ, ਇਹ ਐਸਾ ਜੀ, ਜੋ ਇੱਥੇ ਸਰਾਂ ਹੈਗੀ ਹੈ, ਜੋ ਦਿੱਲੀ ਤੋਂ ਬਾਹਰੋਂ ਕੋਈ ਆਇਆ ਹੋਵੇ ਉਹਦਾ ਪ੍ਰੋਪਰ ID ਚੈੱਕ ਕਰਕੇ ਇੱਥੇ ਜਗ੍ਹਾ ਦਿੱਤੀ ਜਾਂਦੀ ਹੈ। ਅਗਰ ਕੋਈ ਕਹੇ ਦਿੱਲੀ ਤੋਂ ਆ ਗਿਆ, ਉੱਠ ਕੇ ਆ ਗਿਆ, ਉਹਨੂੰ ਜਗ੍ਹਾ ਦਿੱਤੀ ਜਾਂਦੀ ਹੈ। ਕੀ ਸਾਡੇ ਉਹ ਭਰਾ ਨਹੀਂ ਨੇ ਜਿਹੜੇ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ, ਜਾਂ ਫਿਰ ਜਿਹੜਾ ਟਰਬਨ ਬੰਦਾ ਜਿਹਨੂੰ ਆਪਾਂ ਸਿੱਖ ਕਹਿੰਦੇ ਆ, ਜਿਹਨੂੰ ਆਪਾਂ ਭਾਈਚਾਰਾ ਕਹਿੰਦੇ ਆ, ਕਿ ਉਹ ਸਾਡਾ ਭਰਾ ਨਹੀਂ ਹੈ? ਕੀ ਅਸੀਂ ਉਹਨੂੰ ਕੋਈ ਐਵੇਂ ਜਿਹੀ ਜਗ੍ਹਾ ਨਹੀਂ ਦੇ ਸਕਦੇ ਜਿੱਥੇ ਉਹ ਰਾਤ ਨੂੰ ਆਰਾਮ ਨਾਲ ਸੋ ਸਕੇ ਔਰ ਮੱਛਰ ਜਿਹੜੇ ਉਹਨੂੰ ਕੱਟਦੇ ਨੇ ਉਹਨੂੰ ਨਾ ਕੱਟਣ, ਜਿਹੜੀ ਉਹਨੂੰ ਰਾਤ ਨੂੰ ਪਰੇਸ਼ਾਨੀ ਹੁੰਦੀ ਉਹਨੂੰ ਨਾ ਹੋਏ? ਨਹੀਂ, ਲੋਕਲ ਆਦਮੀ ਵਾਸਤੇ ਸਰਾਹ ਵਾਸਤੇ ਨਹੀਂ ਦਿੱਤੀ ਜਾ ਸਕਦੀ। ਇਹ ਸਰਾਹ ਹੈਗੀ ਹੈ ਜੋ ਬਾਹਰੋਂ ਯਾਤਰੂ ਆਏਗਾ ਉਹਨੂੰ ਅਸੀਂ ਰਾਹ ਨਹੀਂ ਕਰਦੇ ਹੈਗੇ। ਸਾਡੇ ਕੋਲ ਜੇ ਕਮਰੇ ਹਾਜ਼ਰ ਹੈਗੇ ਨੇ ਤੇ ਜ਼ਰੂਰ ਦੇਈਦਾ ਹੈਗਾ। ਜਿਹੜਾ ਰਾਤ ਨੂੰ ਪਰੇਸ਼ਾਨ ਹੋ ਰਿਹਾ ਉਹਦੇ ਲਈ ਕੀ ਫੈਸਿਲਿਟੀ ਹੈ? ਪਰੇਸ਼ਾਨ ਉਹ ਐਵੇਂ ਹੀ ਰੋਡ ਦੇ ਉੱਤੇ ਰੁੜੂਗਾ? ਐਸਾ ਕੋਈ ਕੇਸ ਨਹੀਂ ਹੈਗਾ। ਤੁਸੀਂ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਜਾ ਕੇ ਦੇਖ ਸਕਦੇ ਹੈਗੇ ਹੋ। ਸਾਡੇ ਜੋ ਸਰੋਵਰ ਦੇ ਨਾਲ ਪਰਿਕਰਮਾ ਹੈਗੀ ਹੈ, ਉਹਦੇ ਵਿੱਚ ਕਾਫੀ ਲੋਕ ਸੌਂਦੇ ਹੈਗੇ ਨੇ ਤੇ ਸਾਰੀ ਰਾਤ ਤੱਕ ਜਾਂਦੇ ਨੇ। ਤੇ ਜੋ ਕੋਈ ਬਾਹਰ ਰੋਡ ਤੇ ਬਹਿ ਕੇ ਕਹੇ ਗੁਰਦੁਆਰਾ ਨਾਮ ਲਵੇ, ਇਹ ਫਿਰ ਉਹਦੀ ਆਊਟਲੁੱਕ ਹੈਗੀ ਹੈ। ਸਾਡੇ ਨਾਲ ਦੀ ਮੈਂ ਵਾਈਸ ਚੇਅਰਮੈਨ ਤੋਂ ਸਾਹਿਬ ਨੂੰ ਪੁੱਛਣਾ ਚਾਹਾਂਗਾ, ਸਰ ਔਰ ਕੀ ਫੈਸਿਲਿਟੀਜ਼ ਤੁਸੀਂ ਸਿੱਖ ਯੂਥ ਲਈ ਜਾਂ ਫਿਰ ਜਿਹੜੇ ਵੀ ਸਿੱਖ ਆਪਣੀ ਸੰਗਤ ਹੈ ਉਹਨਾਂ ਲਈ ਤੁਸੀਂ ਔਰ ਕੀ ਫੈਸਿਲਿਟੀਜ਼ ਦੇ ਰੱਖੀ ਹੈ? ਜਿਵੇਂ ਅਸੀਂ ਗੱਲ ਕੀਤੀ ਹੁਣੇ ਸਿੱਖ ਭਰਾ ਨੇ ਜਿਹੜੇ ਉਹ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਫੁੱਟਪਾਥ ਦੇ ਉੱਤੇ ਸੋ ਰਹੇ ਨੇ। ਐਸਾ ਕੋਈ ਨਹੀਂ ਹੈਗਾ। ਚਲਿਏ, ਉਹ ਤੇ ਅਸੀਂ ਤੁਹਾਨੂੰ ਹੁਣ ਲਾਈਵ ਸਬੂਤ ਦੇਵਾਂਗੇ ਤਾਂ ਤੁਹਾਨੂੰ ਪਤਾ ਚੱਲੇਗਾ। ਲੇਕਿਨ ਅਸੀਂ ਹੁਣ ਪੁੱਛਦੇ ਹਾਂ ਚੇਅਰਮੈਨ ਸਾਹਿਬ ਤੋਂ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ। ਨਹੀਂ, ਐਸਾ ਕੋਈ ਨਹੀਂ ਹੈਗਾ ਬੰਦਾ। ਅਗਰ ਲੋਕਲ ਬੰਦਾ ਆਉਂਦਾ ਸਿਕਿਉਰਿਟੀ ਰੀਜ਼ਨ ਦੀ ਵਜ੍ਹਾ ਅਸੀਂ ਇੱਥੇ ਨਹੀਂ ਰਹਿਣ ਦਿੰਦੇ ਉਹਨੂੰ। ਸਾਡੇ ਨਾਲ ਵਿਜੀਲੈਂਸ ਡਿਪਾਰਟਮੈਂਟ ਤੋਂ ਵੀ ਸਰਦਾਰ ਜਗਦੀਪ ਸਿੰਘ ਜੀ ਨੇ, ਜਿਹੜਾ ਕਿ ਵਿਜੀਲੈਂਸ ਦੇਖਦੇ ਆ, ਉਹਨਾਂ ਤੋਂ ਪੁੱਛਦੇ ਆ ਕਿ ਆਖਿਰਕਾਰ ਜਿਹੜਾ ਸਿੱਖ ਭਾਈਚਾਰੇ ਦਾ ਜਿਹੜਾ ਮੁੱਦਾ ਚੱਲ ਰਿਹਾ, ਜਿਹੜੇ ਵਿਚਾਰੇ ਬਾਹਰ ਸੋ ਰਹੇ ਨੇ ਔਰ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਜਿਹੜਾ ਉਹ ਜਗ੍ਹਾ ਨਹੀਂ ਮਿਲ ਪਾ ਰਹੀ, ਕਿਉਂਕਿ ਕਾਰਨ ਹੋ ਸਕਦਾ ਜਿਹੜਾ ਸਾਨੂੰ ਚੇਅਰਮੈਨ ਸਾਹਿਬ ਨੇ ਦੱਸਿਆ ਕਿ 1000 ਰੁਪਏ ਦਾ ਰੂਮ ਹੈ ਉਹ ਐਫਰਟ ਨਹੀਂ ਕਰ ਪਾਉਂਦੇ। ਲੇਕਿਨ ਆਖਿਰਕਾਰ 1000 ਰੁਪਏ ਨਾ ਦੇ ਕੇ ਜਿਹੜਾ ਉਹ ਸਿੱਖ ਹੈ ਉਹ ਵਿਚਾਰਾ ਕਿੱਥੇ ਸੋਏਗਾ? ਉਹਦਾ ਅੱਜ ਮੇਨ ਸਵਾਲ ਜਿਹੜਾ ਹੈ ਉਹ ਸਾਡੇ ਨਾਲ ਚੱਲ ਰਿਹਾ। ਮੈਂ ਸਰ ਤੁਹਾਡੇ ਕੋਲ ਆਣਾ, ਮੈਂ ਇੱਕ ਵਾਰੀ ਵਿਜੀਲੈਂਸ ਡਿਪਾਰਟਮੈਂਟ ਤੋਂ ਜਿਹੜੇ ਸਾਡੇ ਨਾਲ ਸਰ ਨੇ ਉਹਨਾਂ ਤੋਂ ਪੁੱਛਦਾ। ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੋਗੇ? ਵਿਜੀਲੈਂਸ ਡਿਪਾਰਟਮੈਂਟ ਜਿਹੜੀ ਹੈ 24 ਆਵਰ ਗੁਰਦੁਆਰਾ ਸਾਹਿਬ ਨੂੰ ਦੇਖਦੀ ਰਹਿੰਦੀ ਹੈ। ਜਿਹੜਾ ਕੋਈ ਯਾਤਰੀ ਬਾਹਰੋਂ ਆਉਂਦਾ, ਜਿਹੜੀ ਕੋਈ ਉਹਨੂੰ ਦਿੱਕਤ ਹੁੰਦੀ ਹੈ, ਮੈਨੇਜਰ ਸਾਹਿਬ ਦੇ ਨਾਲ ਉਹਨਾਂ ਦੀ ਗੱਲ ਕਰਵਾ ਦਈਦੀ ਹੈ। ਉਹਨਾਂ ਦੇ ਮੈਨੇਜਰ ਸਾਹਿਬ ਦੇ ਥਰੂ ਉਹਨਾਂ ਨੂੰ ਆਰਾਮ ਕਰਨ ਵਾਸਤੇ ਕੋਈ ਨਾ ਕੋਈ ਐਸੀ ਜਗ੍ਹਾ ਜ਼ਰੂਰ ਦੇ ਦਿੰਦੇ ਆ ਜਿੱਥੇ ਕਿ ਤੁਸੀਂ ਆਰਾਮ ਕਰ ਸਕੋ। ਲੇਕਿਨ ਇੱਥੇ ਜਿਹੜੇ ਕਮਰੇ ਹੈਗੇ ਨੇ 57 ਜਿਹੜੇ ਕਿ ਬੁਕਿੰਗ ਰਹਿੰਦੇ ਨੇ।
ਜਿਹੜੇ ਪਾਠੀਆਂ ਵਾਸਤੇ ਵੀ ਰੱਖੇ ਦੇ ਨੇ, ਕੋਈ ਰਾਗੀਆਂ ਵਾਸਤੇ ਵੀ ਰੱਖੇ ਦੇ ਨੇ, ਜਿਹੜੇ ਕੋਈ ਬਾਹਰੋਂ ਦੂਸਰੇ ਗੁਰਦੁਆਰੇ ਤੋਂ ਗ੍ਰੰਥੀ ਸਾਹਿਬ ਆ ਜਾਂਦੇ ਨੇ, ਜਥੇਦਾਰ ਆ ਜਾਂਦੇ ਨੇ, ਉਹਨਾਂ ਵਾਸਤੇ ਵੀ ਪ੍ਰੋਪਰ ਜਗ੍ਹਾ ਉੱਥੇ ਰੱਖੀ ਦੀ ਹੈ। ਸਰ ਉਹਨਾਂ ਨੂੰ ਚੋਰ ਕਹਿ ਕੇ ਫਟਕਾਰ ਮਾਰ ਕੇ ਗੁਰਦੁਆਰੇ ਤੋਂ ਭਜਾ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਥੇ ਚੋਰੀ ਕਰੋਗੇ ਜਾਂ ਫਿਰ ਸਾਡੀ ਇੱਥੇ ਚੋਰੀ ਹੁੰਦੀ ਹੈ, ਉਹਨਾਂ ਨੂੰ ਫਟਕਾਰ ਮਾਰ ਕੇ ਇੱਥੋਂ ਭਗਾ ਦਿੰਦਾ ਜਾਂਦਾ ਹੈ। ਵਿਜੀਲੈਂਸ ਡਿਪਾਰਟਮੈਂਟ ਉਹਦੇ ਲਈ ਕੀ ਕਰ ਰਿਹਾ? ਵਿਜੀਲੈਂਸ ਡਿਪਾਰਟਮੈਂਟ ਇਸ ਹਰ ਚੀਜ਼ ਨੂੰ ਦੇਖਦੀ ਹੈ, ਲੇਕਿਨ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਨਾਲ ਐਸਾ ਮਤਭੇਦ ਨਹੀਂ ਰੱਖਿਆ ਜਾਂਦਾ। ਮਤਭੇਦ ਜਿਹੜਾ ਯਾਤਰੀ ਭਾਵੇਂ ਕਰਦੇ ਨੇ, ਲੇਕਿਨ ਅਸੀਂ ਉਹਨਾਂ ਨਾਲ ਇਹੋ ਜਿਹਾ ਕੋਈ ਮਤਭੇਦ ਨਹੀਂ ਕਰਦੇ। ਨਾ ਹੀ ਸਾਡਾ ਕੋਈ ਜਥੇਦਾਰ, ਕੋਈ ਮੈਨੇਜਰ, ਕੋਈ ਸੇਵਾਦਾਰ ਇਹੋ ਜਿਹਾ ਮਤਭੇਦ ਕਰਦਾ। ਜੇ ਕੋਈ ਸਾਨੂੰ ਖਬਰ ਮਿਲਦੀ ਹੈ ਕਿ ਬੰਦਾ ਉੱਚੀ ਬੋਲਿਆ, ਉਹਦੀ ਵੀ ਇਨਕੁਆਇਰੀ ਕੀਤੀ ਜਾਂਦੀ ਹੈ ਕਿ ਬੰਦੇ ਨੇ ਸੱਚ ਕਿਹਾ ਜਾਂ ਝੂਠ ਕਿਹਾ। ਸੋ ਇਹ ਸੀਗੀ ਮੈਨੇਜਮੈਂਟ ਜਿਹੜੀ ਦੱਸ ਰਹੀ ਹੈ ਕਿ ਗੁਰਦੁਆਰੇ ਦੇ ਬਾਹਰ ਜਿਹੜਾ ਸੋ ਰਿਹਾ ਹੈ, ਮੈਨੇਜਮੈਂਟ ਦੀ ਤਰਫੋਂ ਤੇ ਪੂਰਾ ਉਹਨਾਂ ਨੂੰ ਜਿਹੜਾ ਹੈ ਇੱਥੇ ਫੈਸਿਲਿਟੀਜ਼ ਜਿਹੜੀਆਂ ਪ੍ਰੋਵਾਈਡ ਕੀਤੀ ਜਾ ਰਹੀਆਂ। ਕੋਈ ਔਰ ਰੀਜ਼ਨ ਹੋ ਸਕਦਾ ਹੈ ਜਿਹੜਾ ਸਿੱਖ ਭਾਈ ਬਾਹਰ ਸੋ ਰਿਹਾ ਹੈ, ਜਾਂ ਫਿਰ ਉਹਦੇ ਕੋਲ ਦਿੱਲੀ ਦੀ ਜਿਵੇਂ ਦੱਸਿਆ ਕਿ ਆਈਡੀ ਪ੍ਰੂਫ ਨਹੀਂ ਹੈ, ਜਾਂ ਫਿਰ ਉਹ 1000 ਰੁਪਏ ਜਿਹੜਾ ਐਫਰਟ ਨਹੀਂ ਕਰ ਸਕਦਾ। ਇਹ ਹੈਗਾ ਮੇਨ ਸਵਾਲ। ਅਸੀਂ ਵਾਈਸ ਚੇਅਰਮੈਨ ਸਾਹਿਬ ਤੋਂ ਪੁੱਛਾਂਗੇ ਕਿ ਜਿਹੜਾ ਕੋਈ ਵੀ ਮਦਦਗਾਰ ਜਾਂ ਫਿਰ ਕੋਈ ਵੀ ਐਵੇਂ ਜਿਹਾ ਬਜ਼ੁਰਗ ਆਪਣਾ ਸਿੱਖ ਭਰਾ ਰਾਤ ਨੂੰ ਬੰਗਲਾ ਸਾਹਿਬ ਗੁਰਦੁਆਰੇ ਆ ਗਿਆ, ਜੇ ਉਹਨੂੰ ਘਰ ਤੋਂ ਬੇਦਖਲ ਕਰ ਦਿੱਤਾ ਹੋਵੇ, ਚਾਹੇ ਕੋਈ ਵੀ ਰੀਜ਼ਨ ਹੋਵੇ, ਉਹਦੇ ਲਈ ਗੁਰਦੁਆਰਾ ਮੈਨੇਜਮੈਂਟ ਨੇ ਕੀ ਪ੍ਰਬੰਧ ਕੀਤੇ ਨੇ? ਚੇਅਰਮੈਨ ਸਾਹਿਬ ਤੋਂ ਪੁੱਛਦੇ ਹਾਂ। ਉਹਦੇ ਬਾਅਦ ਸਾਡੇ ਕੋਲ ਨੀਚੇ 2 ਹਾਲ ਹੈਗੇ ਆ, ਅਸੀਂ ਹਾਲ ਵੀ ਸਵਾਉਂਦੇ ਹਾਂ ਉਹਨਾਂ ਨੂੰ। ਹਾਲ ਫੁੱਲ ਹੈਗਾ ਤੇ ਸਰੋਵਰ ਦੀ ਪਰਿਕਰਮਾ ਹੈਗੀ ਆ, ਉੱਥੇ ਸਵਾਉਂਦੇ ਹੈਗੇ ਆ। ਕੋਈ ਪ੍ਰੋਬਲਮ ਆਉਣ ਨਹੀਂ ਦਿੰਦੇ ਕਿਸੇ ਨੂੰ ਅਸੀਂ। ਲੇਕਿਨ ਫਿਰ ਵੀ ਸਰ ਜਿਹੜੇ 2-4 ਜਿਹੜੇ ਔਰ ਸਿੱਖ ਭਰਾ ਅਸੀਂ ਦੇਖੇ ਜਿਹੜੇ ਬਾਹਰ ਸੋ ਰਹੇ ਆ, ਉਹ ਕੀ ਕਾਰਨ ਹੋ ਸਕਦਾ ਕਿ ਉੱਥੇ ਬਾਹਰ ਸੋ ਰਹੇ ਨੇ? ਉਹਦਾ ਕੰਮ ਹੈਗਾ, ਸੋ ਰਹੇ ਨੇ, ਉਹਦਾ ਕੰਮ ਹੈਗਾ, ਸੋ ਰਹੇ ਨੇ, ਉਹਦਾ ਕੰਮ ਹੈਗਾ, ਸੋ ਰਹੇ ਨੇ, ਉਹਦਾ ਕੰਮ ਹੈਗਾ। ਤੁਸੀਂ ਦੇਖੋ ਤੇ ਉਹਦੇ ਲਈ ਮੈਨੇਜਮੈਂਟ ਕੁਝ ਨਹੀਂ ਕਰ ਸਕਦੀ। ਕੀ ਕਰਾਂਗੇ ਦੱਸੋ ਤੁਸੀਂ? ਕੀ ਕਰਾਂਗੇ ਦੱਸੋ ਤੁਸੀਂ? ਕੀ ਕਰਾਂਗੇ ਦੱਸੋ ਤੁਸੀਂ? ਕੀ ਕਰਾਂਗੇ ਦੱਸੋ ਤੁਸੀਂ? ਚੇਅਰਮੈਨ ਸਾਹਿਬ ਦਾ ਸਵਾਲ ਹੈ ਕਿ ਉਹ ਉਹਨਾਂ ਦਾ ਕੁਝ ਨਹੀਂ ਹੋ ਸਕਦਾ, ਉਹ ਉਹਨਾਂ ਦਾ ਰੋਜ਼ ਦਾ ਕੰਮ ਹੈ। ਸੋ ਅਸੀਂ ਵਿਜੀਲੈਂਸ ਡਿਪਾਰਟਮੈਂਟ ਦੀ ਤਰਫ ਦੁਬਾਰਾ ਚੱਲਦੇ ਉਹਨਾਂ ਤੋਂ ਪੁੱਛਦੇ ਹਾਂ ਕਿ ਆਖਿਰਕਾਰ ਵਿਜੀਲੈਂਸ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ ਕਿ ਜਿਹੜਾ ਕੋਈ ਵੀ ਸਿੱਖ ਭਰਾ ਜਿਹੜਾ ਮਦਦ ਜਿਹਨੂੰ ਚਾਹੀਦੀ ਹੈ, ਜਿਹੜਾ ਰਾਤ ਨੂੰ ਇੱਥੇ ਆ ਕੇ ਅਸੀਂ ਇਹ ਸਵਾਲ ਨਹੀਂ ਖੜਾ ਕਰ ਰਹੇ ਕਿ ਇੱਥੇ ਡੀਐਸਜੀਐਮਸੀ ਦੀ ਗਲਤੀ ਜਾਂ ਫਿਰ ਮੈਨੇਜਮੈਂਟ ਦੀ ਗਲਤੀ ਹੈ। ਮੇ ਵੀ ਹੋ ਸਕਦਾ ਹੈ ਕਿ ਇਹਨਾਂ ਨੂੰ ਇਸ ਬਾਰੇ ਨਹੀਂ ਪਤਾ ਹੋਏ। ਸ਼ਾਇਦ ਸਾਡੀ ਇਸ ਮੁਹਿੰਮ ਦੇ ਬਾਅਦ ਇਹ ਥੋੜਾ ਜਿਹਾ ਸਤਰਕ ਹੋਣ ਔਰ ਜਿਹੜਾ ਵੀ ਕੋਈ ਸਿੱਖ ਭਰਾ ਬਾਹਰ ਸੋ ਰਿਹਾ ਉਹਨੂੰ ਅੰਦਰ ਲਿਆ ਕੇ ਸੁਆਇਆ ਦਿੱਤਾ ਜਾਵੇ, ਜਾਂ ਫਿਰ ਉਹਦੇ ਲਈ ਕੋਈ ਸਪੈਸ਼ਲ ਫੈਸਿਲਿਟੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ। ਸੋ ਅਸੀਂ ਵਿਜੀਲੈਂਸ ਡਿਪਾਰਟਮੈਂਟ ਨੂੰ ਦੁਬਾਰਾ ਪੁੱਛਦੇ ਹਾਂ ਕਿ ਉਹਨਾਂ ਲਈ ਕੀ ਫੈਸਿਲਿਟੀਜ਼ ਜਿਹੜੀ ਉਹ ਪ੍ਰੋਵਾਈਡ ਕਰ ਸਕਦੇ ਨੇ। ਕੋਈ ਇੱਥੇ ਹਰ ਕਿਸਮ ਦਾ ਬੰਦਾ, ਹਿੰਦੂ ਹੋਵੇ, ਸਿੱਖ ਹੋਵੇ, ਕਿਸੇ ਵੀ ਕੌਮ ਦਾ ਹੋਵੇ, ਉਹ ਇੱਥੇ ਗੁਰਦੁਆਰੇ ਆ ਜਾਂਦਾ ਹੈ। ਠੀਕ ਹੈ ਜੀ, ਇਹਨਾਂ ਦਾ ਕਹਿਣਾ ਸੀ ਕਿ ਜਿਹੜਾ ਵੀ ਕਿਸੇ ਵੀ ਧਰਮ ਦਾ ਜਾਂ ਫਿਰ ਉਹ ਸਿੱਖ ਤੋਂ ਇਲਾਵਾ ਕਿਸੇ ਔਰ ਵੀ ਧਰਮ ਦਾ ਹੋ ਸਕਦਾ ਹੈ, ਉਹ ਵੀ ਗੁਰਦੁਆਰੇ ਆ ਕੇ ਸਟੇ ਕਰ ਸਕਦਾ ਹੈ। ਇੱਥੇ ਇਹਨਾਂ ਨੇ ਲੰਗਰ ਹਾਲ ਪਲੱਸ ਇਹਨਾਂ ਨੇ ਇੱਕ ਹਾਲ ਜਿਹੜਾ ਬਣਾਇਆ ਹੋਇਆ ਐਕਸਟਰਾ, ਜਿੱਥੇ ਆ ਕੇ ਸਿੱਖ ਭਰਾ ਆ ਕੇ ਸਟੇ ਕਰ ਸਕਦਾ ਹੈ, ਜਾਂ ਫਿਰ ਪਰਿਕਰਮਾ ਦੇ ਕੋਲ ਵੀ ਉਹ ਉੱਥੇ ਜਾ ਕੇ ਵੀ ਸਿੱਖ ਭਰਾ ਜਿਹੜਾ ਹੈ ਉਹ ਸਟੇ ਕਰ ਸਕਦਾ ਹੈ। ਇੱਥੇ ਸਿਰਫ ਸਿੱਖ ਭਰਾ ਦੀ ਗੱਲ ਨਹੀਂ ਹੋ ਰਹੀ, ਇੱਥੇ ਹਰ ਧਰਮ ਦੇ ਲੋਕਾਂ ਦੀ ਗੱਲ ਹੋ ਰਹੀ ਹੈ, ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਏ। ਗੁਰਦੁਆਰਾ ਬੰਗਲਾ ਸਾਹਿਬ ਦੀ ਮੈਨੇਜਮੈਂਟ ਟੀਮ ਜਿਹੜੀ ਹੈ ਉਹ ਸਤਰਕ ਹੈ। ਉਹਨਾਂ ਨੂੰ ਸ਼ਾਇਦ ਇਸ ਵਿਸ਼ੇ ਦੇ ਬਾਰੇ ਨਹੀਂ ਪਤਾ ਸੀ। ਇਸ ਗੱਲ ਜਿਵੇਂ ਜੋੜ ਦਿਆ ਇੱਥੇ ਤੁਹਾਡੇ ਪਾਰਲੀਮੈਂਟ ਹਾਊਸ ਨਜ਼ਦੀਕ ਹੈ, ਇੱਥੇ ਹਰ ਰੋਜ਼ ਕਿਸੇ ਨਾ ਕਿਸੇ ਰੈਲੀ ਦੇ ਪਾਰਟੀ ਵੱਲੋਂ ਰੈਲੀ ਕੀਤੀ ਜਾਂਦੀ ਹੈਗੀ ਹੈ। ਉਹ ਰੈਲੀ ਵਾਲੇ ਲੋਕ ਵੀ ਇੱਥੇ ਆ ਕੇ ਰਹਿੰਦੇ ਨੇ, ਉਹਨਾਂ ਦਾ ਪੂਰਾ ਰਹਿਣ ਦਾ, ਲੰਗਰ ਪਾਣੀ ਦਾ, ਇਸ਼ਨਾਨ ਪਾਣੀ ਦਾ ਸਭ ਪ੍ਰਬੰਧ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਜਾਂਦਾ ਹੈਗਾ। ਅਸੀਂ ਕੋਈ ਮਤਭੇਦ ਨਹੀਂ ਕਰਦੇ ਹੈਗੇ। ਮੈਂ ਸਿਰਫ ਗੱਲ ਨੂੰ ਖਤਮ ਕਰਦਾ ਹੋਇਆ, ਇਸ ਨੂੰ ਕਲੋਜ਼ ਕਰਦਾ ਹੋਇਆ, ਸਿਰਫ ਆਖਰੀ ਸਵਾਲ ਮੈਂ ਟੀਮ ਤੋਂ ਪੁੱਛਣਾ ਚਾਹਾਂਗਾ ਕਿ ਜੇ ਕੋਈ ਮਦਦ ਮੰਗਦਾ ਹੋਇਆ ਸਾਡਾ ਸਿੱਖ ਭਰਾ ਜਾਂ ਫਿਰ ਕਿਸੇ ਔਰ ਧਰਮ ਦਾ ਕੋਈ ਵੀ ਮਨੁੱਖ ਜਿਹਨੂੰ ਮਦਦ ਚਾਹੀਦੀ ਹੈ, ਜਾਂ ਫਿਰ ਉਹਨੂੰ ਪੈਸੇ ਦੀ ਮਦਦ ਹੋਏ, ਜਾਂ ਫਿਰ ਉਹਨੂੰ ਖਾਣ ਦੀ ਮਦਦ ਹੋਏ, ਜਾਂ ਫਿਰ ਉਹਨੂੰ ਰਹਿਣ ਦੀ ਮਦਦ ਹੋਏ, ਉਹਦੇ ਲਈ ਡੀਐਸਜੀਐਮਸੀ ਜਾਂ ਫਿਰ ਬੰਗਲਾ ਸਾਹਿਬ ਦੀ ਕਮੇਟੀ ਜਿਹੜੀ ਹੈ ਉਹ ਉਹਨਾਂ ਲਈ ਕੀ ਸਟੈਪ ਚੁੱਕ ਸਕਦੀ ਹੈ? ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਤਾਂ ਸਾਡੇ ਕੋਲ ਇੱਥੇ ਹੈਗਾ। ਜੇ ਕੋਈ ਛੋਟੀ ਮੋਟੀ ਦਵਾ ਦਾਰੂ ਦਾ ਹੈਗਾ, ਸਾਡੇ ਕੋਲ ਪੋਲੀ ਕਲੀਨਿਕ ਹੈਗਾ ਵੇ। ਜੇ ਪੈਸੇ ਦੀ ਮਦਦ ਹੈਗੀ ਹੈ, ਫਿਰ ਸਾਡੇ ਗੁਰਦੁਆਰਾ ਰਕਾਬਗੰਜ ਸਾਹਿਬ ਪ੍ਰਧਾਨ ਸਾਹਿਬ, ਜਨਰਲ ਸਕੱਤਰ ਸਾਹਿਬ ਕੋਲ ਉਹਨਾਂ ਕੋਲ ਪਾਵਰ ਹੈਗੀ ਹੈ, ਉਹ ਕਿਸੇ ਦੀ ਬਾਈਕ ਸਹਾਇਤਾ ਕਰ ਸਕਦੇ ਹੈਗੇ ਨੇ, ਅਤੇ ਉਹ ਰੋਜ਼ ਕਰਦੇ ਵੀ ਹੈਗੇ ਨੇ। ਲੋਕ ਉਹਨਾਂ ਕੋਲ ਹਜ਼ਾਰਾਂ ਲੋਕ ਜਾਂਦੇ ਨੇ ਜਿਹੜੇ ਪੈਸੇ ਦੀ ਮਦਦ ਲੈ ਕੇ ਆਉਂਦੇ ਨੇ, ਉਹ ਪ੍ਰਧਾਨ ਸਾਹਿਬ ਕੋਲ ਜਨਰਲ ਸਕੱਤਰ ਸਾਹਿਬ ਕਰ ਸਕਦੇ ਨੇ। ਚੋਰੀ ਹੋ ਗਿਆ ਉਹ ਸਾਡੇ ਜਨਰਲ ਮੈਨੇਜਰ ਸਾਹਿਬ ਵੀ ਹੈਗੇ ਨੇ ਅਜੀਤ ਸਿੰਘ ਜੀ, ਉਹਨਾਂ ਕੋਲ ਵੀ ਪਾਵਰ ਹੈਗੀ। ਉਹ ਟਿਕਟ ਲੈ ਕੇ ਉਹਨਾਂ ਨੂੰ ਟਿਕਟ ਜਿੱਥੇ ਦੀ ਵੀ ਚਾਹੀਦੀ ਹੁੰਦੀ, ਜੇ ਇੱਥੋਂ ਪੰਜਾਬ ਜਾਣਾ ਹੈ, ਇਹ ਕਿਤੇ ਹੋਰ ਵੀ ਜਾਣਾ, ਕਮੇਟੀ ਉੱਥੋਂ ਟਿਕਟ ਵੀ ਦਵਾਉਂਦੀ ਟ੍ਰੇਨ ਦੀ ਜਾਣ ਦੀ, ਔਰ ਜਾਣ ਨੂੰ 100-200 ਰੁਪਏ ਉਹਨੂੰ ਰਸਤੇ ਵਾਸਤੇ ਕਿਰਾਇਆ ਵੀ ਦਿੰਦੀ ਹੈ। ਹਰ ਚੀਜ਼ ਦੀ ਸੁਵਿਧਾ ਹੈਗੀ, ਕਿਸੇ ਚੀਜ਼ ਦੀ ਇੰਦੀ ਨਹੀਂ ਹੈ ਸੁਵਿਧਾ ਨਹੀਂ ਹੈਗੀ।
ਸੋ ਠੀਕ ਹੈ ਜੀ, ਇਹ ਸਾਨੂੰ ਦੱਸਿਆ ਮੈਨੇਜਮੈਂਟ ਨੇ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਸਾਨੂੰ ਜਿਹੜੀ ਮਦਦ ਹੈ ਉਹ ਸਿੱਖ ਭਰਾ ਨੂੰ ਪਹੁੰਚਾਈ ਜਾਂਦੀ ਹੈ, ਜਾਂ ਫਿਰ ਅਗਰ ਕਿਸੇ ਨੂੰ ਮਦਦ ਦੀ ਲੋੜ ਹੈ ਉਹ ਉਹਨਾਂ ਨੂੰ ਮਦਦ ਸਿੱਧੇ ਤੌਰ ਤੇ ਮੈਨੇਜਮੈਂਟ ਦੀ ਤਰਫੋਂ, ਜਾਂ ਫਿਰ ਜਿਹਦੇ ਕੋਲ ਵੀ ਪਾਵਰ ਹੈ, ਚਾਹੇ ਉਹ ਵਾਈਸ ਚੇਅਰਮੈਨ ਹੋਏ, ਚਾਹੇ ਉਹ ਚੇਅਰਮੈਨ ਹੋਏ ਕਮੇਟੀ ਦਾ, ਚਾਹੇ ਉਹ ਪ੍ਰੈਜ਼ੀਡੈਂਟ ਹੋਏ, ਉਹਦੀ ਤਰਫੋਂ ਹਰ ਕਿਸੇ ਧਰਮ ਦੇ ਲੋਕਾਂ ਨੂੰ ਜਾਂ ਫਿਰ ਸਿੱਖ ਭਰਾ ਨੂੰ ਜਿਹੜੀ ਸੇਵਾ ਹੈ ਉਹ ਪਹੁੰਚਾਈ ਜਾਂਦੀ ਹੈ। ਮੈਂ ਸੀ ਹਰਕੀਰਤ ਸਿੰਘ ਆਲੂਵਾਲੀਆ, ਕੈਮਰਾਮੈਨ ਗਰੀਸ਼ ਦੇ ਨਾਲ, ਚੱਕਦੇ ਟੀਵੀ। ਧੰਨਵਾਦ। ਦਰਸ਼ਕੋ, ਅਸੀਂ ਦੇਖਿਆ ਕਿਸ ਤਰੀਕੇ ਨਾਲ ਖੁੱਲੇ ਆਸਮਾਨ ਦੇ ਥੱਲੇ ਸਾਡੇ ਸਿੱਖ ਭਰਾਵਾਂ ਨਾਲ ਬਦਸਲੂਕੀ ਹੋ ਰਹੀ ਹੈ। ਸੇਵਾਦਾਰਾਂ ਦਾ ਕਹਿਣਾ ਸੀ ਕਿ ਇਹ ਲੋਕ ਨਸ਼ੇੜੀ ਨੇ। ਤੁਸੀਂ ਵੀ ਦੇਖਿਆ ਕਿ ਤੁਹਾਨੂੰ ਇਹ ਨਸ਼ੇੜੀ ਲੱਗੇ? ਮੈਨੂੰ ਤਾਂ ਨਹੀਂ ਲੱਗੇ। ਮੈਨੂੰ ਤਾਂ ਇਹ ਵਿਚਾਰੇ ਵਕਤ ਔਰ ਸਾਡੀ ਮੈਨੇਜਮੈਂਟ ਦੇ ਸਤਾਏ ਹੋਏ ਲੱਗੇ। ਗੱਲ ਇੱਥੇ ਹੀ ਨਹੀਂ ਰੁਕੀ। ਚੱਕਦੇ ਟੀਵੀ ਦੀ ਟੀਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜਦ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਸੀ ਤਾਂ ਕੁਝ ਮੈਨੇਜਮੈਂਟ ਦੀ ਤਰਫੋਂ ਸੇਵਾਦਾਰਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ, ਸਾਡੇ ਕੈਮਰੇ ਲਕੋ ਲਏ, ਸਾਡੇ ਨਾਲ ਲੜਨ ਲੱਗ ਪਏ। ਸਾਨੂੰ ਉਸ ਬਦਸਲੂਕੀ ਦਾ ਕੋਈ ਅਫਸੋਸ ਨਹੀਂ ਹੈ। ਆਖਿਰਕਾਰ ਸਾਡੀ ਮੁਹਿੰਮ ਕੰਮ ਆਈ। ਸੇਵਾਦਾਰਾਂ ਨੇ ਉਹਨਾਂ ਸਾਰਿਆਂ ਨੂੰ ਗੁਰਦੁਆਰੇ ਸਾਹਿਬ ਵਿਖੇ ਹਾਲ ਦੇ ਅੰਦਰ ਲੈ ਗਏ ਅਤੇ ਉਹਨਾਂ ਨੂੰ ਹਾਲ ਦੇ ਅੰਦਰ ਰੁਕਣ ਦੀ ਇਜਾਜ਼ਤ ਵੀ ਦੇ ਦਿੱਤੀ। ਸਾਡੀ ਛੋਟੀ ਜਿਹੀ ਕੋਸ਼ਿਸ਼ ਨੇ ਉਹਨਾਂ ਨੂੰ ਆਰਾਮ ਦੀ ਨੀਂਦ ਦਿੱਤੀ। ਇਸ ਤਰੀਕੇ ਦਾ ਕੋਈ ਵੀ ਮਸਲਾ ਜੇ ਤੁਹਾਡੇ ਨਾਲ ਵੀ ਵਾਪਰਿਆ ਹੋਵੇ, ਜਾਂ ਫਿਰ ਤੁਸੀਂ ਇਸ ਤਰੀਕੇ ਦੇ ਮਸਲਿਆਂ ਦੇ ਨਾਲ ਜਾਣੂ ਹੋ, ਤਾਂ ਸਾਨੂੰ ਜ਼ਰੂਰ ਦੱਸੋ। ਅਸੀਂ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਾਂਗੇ, ਸ਼ਾਇਦ ਕਿਸੇ ਨੂੰ ਇਨਸਾਫ ਮਿਲ ਜਾਏ। ਤੁਸੀਂ ਆਪਣੀ ਰਾਏ ਸਾਨੂੰ ਈਮੇਲ ਅਤੇ ਹੇਠ ਲਿਖੇ WhatsApp ਨੰਬਰ ਤੇ ਵੀ ਦੇ ਸਕਦੇ ਹੋ। ਜੇ ਐਵੇਂ ਜਿਹੇ ਮਸਲੇ ਮੇਰੇ ਸਾਹਮਣੇ ਆਉਂਦੇ ਨੇ, ਮੈਂ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗਾ। ਚੱਕਦੇ ਟੀਵੀ ਦੀ ਟੀਮ ਦੁਬਾਰਾ ਕੋਸ਼ਿਸ਼ ਕਰੇਗੀ। ਤਦ ਤੱਕ ਲਈ ਦੇਸ਼ ਅਤੇ ਵਿਦੇਸ਼ ਦੀ ਗਤੀਵਿਧੀ ਲਈ ਤੁਸੀਂ ਦੇਖਦੇ ਰਹੋ ਚੱਕਦੇ ਟੀਵੀ। ਧੰਨਵਾਦ।